लोग जाने ही गीत है, लोग जाने ही गीत है। ये तो ब्रह्म विचार, ये तो ब्रह्म विचार। लोग जाने ही गीत है, लोग जाने ही गीत है, लोग जाने ही गीत है। वाहिगुरु जी की फतेह। अंग है 399 89। ਹੁਣ तक 77 शब्द संपूर्ण होए। आसा महला पंजवा। मन तृप्तानो मिटे जंजाल, प्रभ अपना होया कृपाल। हाँ जी। आसा महला पंजवा। आसा महला पंजवा। मन तृप्तानो मिटे जंजाल, मन तृप्तानो मिटे जंजाल। प्रभ अपना होया कृपाल। प्रभ अपना होया कृपाल। संत प्रसाद भली बनी, संत प्रसाद भली बनी। जा कै ग्रह सब किछ है पूर्ण, सब किछ है पूर्ण। सो भेटिया निरपै धनी, सो भेटिया निरपै धनी। रहाओ रहाओ नाम दृढ़ाया साध कृपाल। नाम दृढ़ाया साध कृपाल। मिट गई भूख महाविकराल, मिट गई भूख महाविकराल। ठाकुर अपने कीनी दात, ठाकुर अपने कीनी दात। जलन बुझी मन होई शांत, जलन बुद्धि मन होई शांत। मिट गई भाल मन सहज समाना, मिट गई भाल मन सहज समाना। नानक पाया नाम खजाना, नानक पाया नाम खजाना। आसा महला पंजवा। मन तृप्तानो मिटे जंजाल, प्रभ अपना होया कृपाल। पंचम पातशाह महाराज कहते जदों वो प्रभु ने कृपा की बख्शिश की, मन तृप्तानो मन तृप्त गया, मन रज गया। किसी किस्म की मन अंदर पदार्थों की भुख जिहड़ी सी वो दूर हो गई। मिटे जंजाल, ਜਿਹੜੇ ਮੋਹ ਤੇ ਮਾਇਆ ਦੀ ਇਹ ਜੰਜਾਲ ਪਾਈ ਬੈਠਾ ਸੀ, ਜਿਹਦੇ ਵਿੱਚ ਫਸਿਆ ਪਿਆ ਸੀ, ਉਹ ਖਤਮ ਹੋ ਗਏ ਸਾਰੇ। ਇਹ ਉਹਦੀ ਕਿਰਪਾ ਨਾਲ, ਉਹਦੀ ਬਖਸ਼ਿਸ਼ ਨਾਲ ਇਸ ਤਰ੍ਹਾਂ ਹੋਇਆ ਮਹਾਰਾਜ। ਕਿਉਂਕਿ ਰਹਾਉ ਦੀ ਪੰਕਤੀ ਵਿੱਚ ਮਹਾਰਾਜ ਗੱਲ ਕਲੀਅਰ ਕਰਦੇ ਨੇ, ਸੰਤ ਪ੍ਰਸਾਦ ਭਲੀ ਬਣੀ, ਜਾਂ ਕੈ ਗ੍ਰਹਿ ਸਭ ਕਿਛ ਹੈ ਪੂਰਨ, ਸੋ ਭੇਟਿਆ ਨਿਰਭੈ ਤਨੀ। ਸੰਤ ਪ੍ਰਸਾਦ ਸਾਧ ਸੰਗਤ ਦੀ ਕਿਰਪਾ ਦੁਆਰਾ, ਬਖਸ਼ਿਸ਼ ਦੁਆਰਾ ਸਾਡੀ ਉਸ ਮਾਲਕ ਨਾਲ ਭਲੀ ਬਣ ਗਈ। ਉਸ ਮਾਲਕ ਨਾਲ ਜਾਂ ਕਿ ਗ੍ਰਹਿ ਸਭ ਕੁਛ ਹੈ ਪੂਰਨ, ਜਿਹਦੇ ਘਰ ਵਿੱਚ ਸਾਰਾ ਕੁਝ ਹੀ ਭਰਿਆ ਪੂਰਾ ਹਰ ਚੀਜ਼ ਹੈ, ਉਸ ਵਾਹਿਗੁਰੂ ਅਕਾਲ ਪੁਰਖ ਦੇ ਘਰ ਵਿੱਚ। ਸੋ ਭੇਟਿਆ ਨਿਰਭੈ ਧਨੀ। ਸਾਧ ਸੰਗਤ ਦੀ ਕਿਰਪਾ ਨਾਲ ਉਸ ਨਿਰਭੈ ਧਨੀ ਮਾਲਕ ਨੂੰ ਮਿਲ ਗਏ। ਇਸ ਤਰ੍ਹਾਂ ਮਿਲ ਕੇ ਜਦੋਂ ਉਸ ਗੁਰੂ ਨੇ ਕਿਰਪਾ ਕੀਤੀ, ਬਖਸ਼ਿਸ਼ ਕੀਤੀ, ਤੇ ਮਾਲਕ ਨੇ ਮਨ ਦੇ ਜੰਜਾਲ ਮਿਟ ਗਏ ਸਾਰੇ। ਹੋਇਆ ਸੰਤ ਕਿਰ ਪ੍ਰਸਾਦ। ਸੰਤ ਵਿੱਚ ਬਹੁ ਵਚਨ ਸ਼ਬਦ ਹੈ, ਤੱਤਾ ਮੁਕਤ ਹੈ, ਸਾਧ ਸੰਗਤ ਦੁਆਰਾ। ਰਹਾਉ ਨਾਮ ਦ੍ਰਿੜਾਇਆ ਸਾਧ ਕਿਰਪਾਲ, ਮਿਟ ਗਈ ਭੂਖ ਮਹਾਵਿਕਰਾਲ। ਨਾਮ ਦ੍ਰਿੜਾਇਆ, ਉਸ ਪ੍ਰਭੂ ਨੇ ਬੜੀ ਕਿਰਪਾ ਕੀਤੀ
ਨਾਮ ਦ੍ਰਿੜਾਇਆ ਸਾਧ ਕਿਰਪਾਲ। ਗੁਰੂ ਦੀ ਕਿਰਪਾ ਨਾਲ ਗੁਰੂ ਨੇ ਸਾਨੂੰ ਨਾਮ ਦ੍ਰਿੜ ਕਰਵਾ ਦਿੱਤਾ, ਪੱਕਾ ਕਰ ਦਿੱਤਾ ਕਿ ਨਾਮ ਵਿੱਚ ਹੀ ਸਭ ਕੁਝ ਹੈ। ਨਾਮ ਹੈ ਨਾਮੀ ਦੇ ਗੁਣਾਂ ਨੂੰ ਧਾਰਨ ਕਰਨਾ। ਇਹ ਦ੍ਰਿੜ ਕਰਵਾ ਦਿੱਤਾ ਕਿ ਸਾਡੀ ਸਾਂਝ ਉਸ ਮਾਲਕ ਨਾਲ ਗੁਣਾਂ ਦੀ ਹੈ, ਕਿਉਂਕਿ ਜਪਜੀ ਸਾਹਿਬ ਵਿੱਚ ਸ਼ੁਰੂ 'ਚ ਪੜ੍ਹਦੇ ਹਾਂ ਆਪਾਂ ਕਿ ਬਿਨ ਗੁਣ ਕੀਤੇ ਭਗਤ ਨਾ ਹੋਏ। ਉਸ ਮਾਲਕ ਨਾਲ ਗੁਣਾਂ ਦੀ ਸਾਂਝ ਹੈ। ਉਹ ਆਪ ਕਿਰਪਾ ਕਰਦਾ ਹੈ, ਗੁਣਵੰਤਿਆਂ ਗੁਣ ਦੇ। ਨਾਨਕ ਨਿਰਗੁਣ ਗੁਣ ਕਰੇ। ਜਿਨ੍ਹਾਂ ਵਿੱਚ ਗੁਣ ਕੋਈ ਨਹੀਂ ਸੀ ਉਹਨਾਂ ਨੂੰ ਗੁਣਵਾਨ ਕਰ ਦਿੰਦਾ। ਜਿਹੜੇ ਗੁਣਵਾਨ ਨੇ ਉਹਨਾਂ ਨੂੰ ਹੋਰ ਗੁਣਾਂ ਨਾਲ ਭਰ ਦਿੰਦਾ। ਉਹ ਇੰਨਾ ਦਿਆਲੂ ਹੈ, ਇੰਨਾ ਕਿਰਪਾਲੂ ਹੈ, ਇੰਨਾ ਬਖਸ਼ਿਸ਼ ਕਰਨ ਵਾਲਾ ਹੈ। ਤੇ ਗੁਰੂ ਦੀ ਕਿਰਪਾ ਨਾਲ ਇਹ ਜਦੋਂ ਨਾਮ ਦ੍ਰਿੜ ਹੋਇਆ, ਮਿਟ ਗਈ ਭੂਖ। ਮਨ ਦੀਆਂ ਭੁੱਖਾਂ ਜਿਹੜੀਆਂ ਪਦਾਰਥਾਂ ਦੀਆਂ ਲੱਗੀਆਂ ਹੋਈਆਂ ਸਨ ਕਦੇ ਮਿਟ ਗਈਆਂ, ਕਿਉਂਕਿ ਇਹ ਸਾਡੇ ਭੁੱਖ ਜਿਹੜੀ ਹੈ ਉਹ ਸਾਡੇ ਅੰਦਰਲੇ ਜੀਵਨ ਨੂੰ ਵਿਕਰਾਲ ਬਣਾਉਂਦੀ, ਡਰਾਉਣਾ ਬਣਾਉਂਦੀ। ਉਦੋਂ ਬੰਦਾ ਭਿਆਨਕ ਰੂਪ ਵਿੱਚ ਰੀਦਾ ਮੌਤੋਂ ਭੁੱਖ ਬਰੀ। ਕਿਉਂਕਿ ਭੁੱਖ ਵਿੱਚ ਆਪਾਂ ਵੇਖਦੇ ਹਾਂ, ਜਦੋਂ ਭੁੱਖ ਲੱਗੀ ਹੋਵੇ ਉਦੋਂ ਬੰਦਾ ਆਪਣੇ ਇਖਲਾਕ ਤੋਂ ਵੀ ਗਿਰ ਜਾਂਦਾ ਹੈ। ਭੁੱਖ ਵਿੱਚ ਜਿਹੜਾ ਬੰਦਾ ਭੁੱਖ ਨੂੰ ਜਰ ਗਿਆ, ਜਿਹੜਾ ਭੁੱਖ ਨੂੰ ਕੰਟਰੋਲ ਕਰ ਗਿਆ, ਉਹਨੇ ਆਪਣੀ ਜ਼ਿੰਦਗੀ ਨੂੰ ਕਾਬੂ ਵਿੱਚ ਕਰ ਲਿਆ। ਇੱਥੇ ਮਾਲਕ ਨੇ ਗੁਰੂ ਨੇ ਨਾਮ ਦ੍ਰਿੜ ਕਰਵਾਇਆ। ਨਾਮੀ ਪੁਰਸ਼ ਜਿਹੜਾ ਹੈ ਉਹਦੇ ਅੰਦਰ ਕਿਸੇ ਵੀ ਕਿਸਮ ਦੀ ਪੁੱਤ ਭੁੱਖਿਆ ਖਾਏ ਚਲੀਆ ਦੁੱਖ। ਕਹਿੰਦੇ ਜਿਹਨਾਂ ਨੂੰ ਨਾਮ ਦੀ ਭੁੱਖ ਲੱਗੀ ਹੈ ਨਾ, ਫਿਰ ਉਹ ਦੁਨੀਆ ਦੀ ਭੁੱਖ ਖਤਮ ਹੋ ਗਈ, ਉਹਨਾਂ ਦੇ ਦੁੱਖ ਖਤਮ ਹੋ ਗਏ। ਇਸ ਕਰਕੇ ਇੱਥੇ ਮਹਾਰਾਜ ਕਹਿੰਦੇ ਜਿਹੜੀ ਅੰਦਰੋਂ ਸਾਡਾ ਡਰਾਉਣਾ ਰੂਪ ਬਣ ਕੇ ਬਣੀ ਹੋਈ ਸੀ, ਜਿਹਨੇ ਸਾਨੂੰ ਡਰਾਇਆ ਹੋਇਆ ਸੀ ਪੂਰੀ ਤਰ੍ਹਾਂ, ਉਹ ਭੁੱਖ ਹੁਣ ਅੰਦਰੋਂ ਪਦਾਰਥਾਂ ਦੀ ਖਤਮ ਹੋ ਗਈ। ਠਾਕੁਰ ਆਪਣੇ ਕੀਨੀ ਦਾਤ, ਜਲਨ ਬੁਝੀ ਮਨ ਹੋਈ ਸ਼ਾਂਤ। ਉਸ ਠਾਕੁਰ ਨੇ, ਉਸ ਮਾਲਕ ਨੇ ਆਪਣਾ ਜਾਣ ਕੇ ਕਹਿੰਦੇ ਇਹ ਦਾਤ ਦੇ ਦਿੱਤੀ ਨਾਮ ਦੀ। ਜਲਨ ਬੁਝੀ, ਜਿਹੜੀ ਅੰਦਰੋਂ ਮਨ ਪਹਿਲਾਂ ਜਲਦਾ ਪਿਆ ਸੀ ਦੂਜਿਆਂ ਦੀਆਂ ਖੁਸ਼ੀਆਂ ਨੂੰ ਵੇਖ ਵੇਖ ਕੇ, ਕਹਿੰਦੇ ਵਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹਿ ਪਾਈ। ਜਦੋਂ ਦੀ ਮੈਂ ਸਾਧ ਸੰਗਤ ਵਿੱਚ ਆਇਆ, ਗੁਰੂ ਨਾਲ ਜੁੜਿਆ, ਇਹ ਮਨ ਦੀਆਂ ਅੰਦਰਲੀਆਂ ਜਲਨ ਜਿਹੜੀ ਸੀ ਉਹ ਬੁਝ ਗਈ। ਜਲਨ ਬੁਝੀ ਮਨ ਹੋਈ ਸ਼ਾਂਤ। ਕਹਿੰਦੇ ਮਨ ਵਿੱਚ ਹੁਣ ਸ਼ਾਂਤੀ ਵਰਤ ਗਈ, ਮਨ ਟਿਕਾਅ ਵਿੱਚ ਹੋ ਗਿਆ। ਮਿਟ ਗਈ ਭਾਲ ਮਨ ਸਹਿਜ ਸਮਾਨਾ, ਨਾਨਕ ਪਾਇਆ ਨਾਮ ਖਜ਼ਾਨਾ। ਕਹਿੰਦੇ ਜਿਸ ਸੁੱਖ ਦੀ ਭਾਲ ਵਿੱਚ ਜੋ ਇਹ ਤੁਰਿਆ ਫਿਰਦਾ ਸੀ ਨਾ, ਕਦੇ ਪਦਾਰਥਾਂ ਵੱਲ ਨੂੰ, ਕਦੇ ਪੈਸੇ ਵੱਲ ਨੂੰ, ਕਦੇ ਬਾਹਰ ਵੱਲ ਨੂੰ, ਆਈ ਮਗਰੇ ਸੁੱਖ ਨਾਹੀ ਬਹੁਤਾ ਧਨ ਖਾਟੇ, ਸੁੱਖ ਨਾਹੀ ਪੇਖੈ ਨਿਤ ਨਾਤੇ, ਸੁੱਖ ਨਾਹੀ ਬਹੁ ਤੇਸ ਕਮਾਏ, ਸਰਬ ਸੁੱਖਾਂ ਹਰ ਹਰ ਗੁਣ ਗਾਏ। ਹੁਣ ਇਹਦੀ ਭਾਲ ਖਤਮ ਹੋ ਗਈ। ਮਨ ਸਹਿਜ ਵਿੱਚ, ਟਿਕਾਓ ਵਿੱਚ, ਮਨ ਦੀਆਂ ਇਛਾਵਾਂ, ਮਨ ਦੀਆਂ ਤ੍ਰਿਸ਼ਨਾਵਾਂ ਖਤਮ ਹੋ ਗਈਆਂ। ਕਹਿੰਦੇ ਮਨ ਟਿਕ ਗਿਆ, ਉਹ ਸਮਾ ਗਿਆ। ਤੂੰ ਕਰਤਾ ਤੂੰ ਹੁਆ, ਉਹਦੇ ਵਿੱਚ ਸਮਾ ਗਿਆ। ਉਹਦੀਆਂ ਤ੍ਰਿਸ਼ਨਾਵਾਂ ਵਿੱਚ ਹੀ ਸਮਾ ਗਈਆਂ। ਨਾਨਕ ਪਾਇਆ ਨਾਮ ਖਜ਼ਾਨਾ। ਤੇ ਪੰਜਵੇਂ ਪਾਤਸ਼ਾਹ ਕਹਿੰਦੇ ਭਾਈ ਜਦੋਂ ਇਹਨੇ ਨਾਮ ਦਾ ਖਜ਼ਾਨਾ ਪ੍ਰਾਪਤ ਕੀਤਾ, ਇਹ ਮਨ ਸਹਿਜ ਵਿੱਚ, ਟਿਕਾਓ ਵਿੱਚ ਅਡੋਲ ਹੋ ਗਿਆ। ਹਾਂਜੀ। ਆਸਾ ਮਹੱਲਾ ਪੰਜਵਾਂ। ਠਾਕਰ ਸਿਉ ਜਾਂ ਕੀ ਬਾਨਿਆਈ, ਠਾਕੁਰ ਸਿਉ ਜਾਂ ਕੀ ਬਾਨਿਆਈ। ਭੋਜਨ ਪੂਰਨ ਰਹੇ ਅਗਾਈ, ਭੋਜਨ ਪੂਰਨ ਰਹੇ ਅਗਾਈ। ਕਛੂ ਨ ਥੋਰਾ ਹਰ ਭਗਤਨ ਕਾ, ਕਛੂ ਨ ਥੋਰਾ ਹਰ ਭਗਤਨ ਕਾ। ਖਾਤ ਖਰਚਤ ਬਿਲਸ਼ਤ ਦੇਵਨ ਕਾ, ਆਪ ਖਰਚਤ ਵਿਰਸ਼ਤ ਦੇਵਨ ਕੋ। ਰਹਾਉ ਜਾਂ ਕਾ ਧਨੀ ਆਗਮ ਗੁਸਾਈ, ਜਾਂ ਕਾ ਧਨੀ ਆਗਮ ਗੁਸਾਈ। ਮਾਨਖ ਕੀ ਕਹ ਕੇਤ ਚਲਾਈ, ਮਾਨੁਖ ਕੀ ਕਹੋ ਕੇਤ ਚਲਾਈ। ਜਾ ਕੀ ਸੇਵਾ ਦਸ ਅਸ਼ਟ
ਅਸ਼ਟ ਸਿਧਾਈ। ਜਾਂ ਕੀ ਸੇਵਾ ਦਸ ਅਸ਼ਟ ਸੁਧਾਈ। ਪਾਲਕ ਦਿਸ਼ਟ ਤਾਂ ਕੀ ਲਾਗੋ ਪਾਈ। ਪਲਕ ਦ੍ਰਿਸ਼ਟ ਤਾਂ ਕੀ ਲਾਗੋ ਪਾਈ। ਜਾ ਕੋ ਦਇਆ ਕਰੋ ਮੇਰੇ ਸੁਆਮੀ। ਜਾਂ ਕੋ ਦਇਆ ਕਰੋ ਮੇਰੇ ਸੁਆਮੀ। ਕਹੋ ਨਾਨਕ ਨਾਹੀ ਤਿਨ ਕਾਮੀ। ਨਾਨਕ ਨਾਹੀ ਤਿਨ ਕਾਮੀ। ਆਸਾ ਮਹੱਲਾ ਪੰਜਵਾ। ਠਾਕੁਰ ਸਿਉ ਜਾਂ ਕੀ ਬਣ ਆਈ। ਭੋਜਨ ਪੂਰ ਰਹੇ ਆਗਾਈ। ਮਾਰੇ ਕਹਿੰਦੇ ਜਿਨ੍ਹਾਂ ਦੀ ਉਸ ਠਾਕੁਰ ਨਾਲ, ਉਸ ਪਿਆਰੇ ਨਾਲ, ਉਸ ਪ੍ਰਭੂ ਨਾਲ ਬਣ ਆਈ। ਬਣ ਲੈਣਾ ਹੁੰਦਾ ਭਾਵ ਇੱਕ ਮਿਕਤਾ ਹੋ ਗਈ ਜਿਨ੍ਹਾਂ ਦੀ ਗੁਣਾਂ ਦੀ ਸਾਂਝ ਉਸ ਮਾਲਕ ਨਾਲ ਪੈ ਗਈ। ਭੋਜਨ ਪੂਰਨ ਰਹੇ ਅਗਾਈ। ਤੇ ਮਾਲਕ ਨੇ ਉਹਨਾਂ ਨੂੰ ਪੂਰਨ ਭੋਜਨ ਪ੍ਰਾਪਤ ਹੋ ਗਿਆ। ਆਮ ਅਸੀਂ ਵੇਖਦੇ ਹਾਂ ਕਿ ਪੂਰਨ ਭੋਜਨ ਕਿਹਨੂੰ ਕਹਿੰਦੇ ਨੇ। ਵੈਸੇ ਆਤਮਿਕ ਤੌਰ ਤੇ ਅਸੀਂ ਭੁੱਖੇ ਰਹਿੰਦੇ ਹਾਂ, ਜਿਹਨੂੰ ਕਹਿੰਦੇ ਆਪਾਂ ਆਪਣੀ ਖਾਸ ਠੇਠ ਪੰਜਾਬੀ 'ਚ ਕਿ ਬੰਦੇ ਦਾ ਢਿੱਡ ਤੇ ਰੱਜ ਜਾਂਦਾ ਪਰ ਨੀਅਤ ਨਹੀਂ ਰੱਜਦੀ। ਉਹ ਨੀਤ ਕਰਕੇ ਰੱਜੇ ਹੁੰਦੇ, ਉਹਨਾਂ ਦੀ ਨੀਤ ਭਰੀ ਹੁੰਦੀ ਹੈ ਪੂਰੀ ਤਰ੍ਹਾਂ। ਕਿਉਂਕਿ ਆਤਮਿਕ ਤੌਰ ਤੇ ਰੱਜੇ ਪੁੱਜੇ ਹੁੰਦੇ ਨੇ ਜਿਹੜੇ ਗੁਰਮੁਖ ਨੇ। ਗਿਆਨੀਆਂ ਕਾ ਭੋਜਨ ਨਾਮ ਹੈ। ਉਹਨਾਂ ਨੂੰ ਕਿਸੇ ਕਿਸਮ ਦੀ ਕੋਈ ਭੁੱਖ ਨਹੀਂ, ਕਿਸੇ ਪਦਾਰਥ ਦੀ ਕੋਈ ਲਾਲਸਾ ਨਹੀਂ। ਇਸ ਕਰਕੇ ਮਾਰੇ ਕਹਿੰਦੇ ਭੋਜਨ ਪੂਰਨ ਰਹੇ ਅਗਾਈ। ਉਹ ਪੂਰਨ ਤੌਰ ਤੇ ਉਸ ਭੋਜਨ ਨੂੰ ਪ੍ਰਾਪਤ ਕੀਤਾ ਉਹਨਾਂ ਨੇ ਤੇ ਰੱਜੇ ਹੋਏ ਨੇ। ਕਛੂ ਨਾ ਥੋੜਾ ਹਰ ਭਗਤਨ ਕੋ। ਖਾਤ ਖਰਚਤ ਬਿਲਸ਼ਤ ਦੇਵਨ ਕੋ। ਜਿਹੜੇ ਤੇਰੇ ਭਗਤ ਨੇ ਉਹਨਾਂ ਨੂੰ ਕਿਸੇ ਕਿਸਮ ਦਾ ਕੋਈ ਘਾਟਾ ਨਹੀਂ। ਉਹ ਖਾਂਦੇ ਨੇ, ਆਨੰਦ ਲੈਂਦੇ ਨੇ, ਕਹਿੰਦੇ ਨਾਲ ਅੱਗੋਂ ਵੰਡਦੇ ਵੀ ਨੇ। ਜਿਹੜੇ ਤੇਰੇ ਪਿਆਰੇ ਨੇ ਖਾਵੋ ਖਰਚੋ ਰਲ ਮਿਲ ਭਾਈ। ਤੋਟ ਨਾ ਆਵੈ ਵਾਧੋ ਜਾਈ। ਕਿਉਂਕਿ ਨਾਮਦਾਨ ਇਸ਼ਨਾਨ ਇਹ ਬਾਣੀ ਦਾ ਸਿਧਾਂਤ ਹੈ। ਇਸ ਕਰਕੇ ਉਹ ਆਪ ਵੀ ਰੱਜ ਕੇ ਖਾਂਦੇ ਨੇ, ਹੋਰਾਂ ਨੂੰ ਵੀ ਆਵਾਜ਼ ਮਾਰਦੇ ਨੇ। ਤੇ ਜਦੋਂ ਆਪਾਂ ਵੇਖਦੇ ਹਾਂ, ਆਪਣਾ ਇਤਿਹਾਸ ਪੜ੍ਹਦੇ ਹਾਂ, ਸਿੰਘ ਜੰਗਲਾਂ ਵਿੱਚ ਰਹੇ, ਸਿਰਾਂ ਦੇ ਮੁੱਢ ਪੈਂਦੇ ਰਹੇ, ਉਦੋਂ ਵੀ ਸਿੰਘ ਬਾਣੀ ਨਾਲ ਜੁੜੇ ਰਹੇ। ਪਰ ਆਪਣੇ ਇਸ ਸੁਭਾਅ ਨੂੰ, ਬਾਣੀ ਦੇ ਨੂੰ, ਕਿਉਂਕਿ ਬਾਣੀ ਨਾਲ ਜੁੜਨ ਕਰਕੇ ਜੈਸਾ ਸੇਵੇ ਤੈਸਾ ਹੋਏ, ਉਹੋ ਜਿਹੀ ਰਹੇ। ਇਹ ਮੁਸਲਮਾਨ ਲਿਖਾਰੀ ਲਿਖਦੇ ਨੇ, ਬੜੀ ਹੈਰਾਨੀ ਦੀ ਗੱਲ ਹੈ। ਉਹ ਕਹਿੰਦੇ ਸਾਨੂੰ ਕਿ ਜਦੋਂ ਇਹ ਸਿੰਘ ਪ੍ਰਸ਼ਾਦਾ ਛਕਦੇ ਨੇ, ਲੰਗਰ ਲੱਗਦਾ, ਤਾਂ ਉਦੋਂ ਵੀ ਕਹਿੰਦੇ ਜੰਗਲਾਂ ਵਿੱਚ ਰਹਿੰਦਿਆਂ ਹੋਇਆਂ ਵੀ ਭਾਵੇਂ ਤਾਂ ਕਿਸੇ ਉੱਚੇ ਦਰਖਤ ਤੇ ਖਲੋ ਕੇ ਆਵਾਜ਼ਾਂ ਲਗਾ ਦੇ ਕਿ ਗੁਰੂ ਕਾ ਲੰਗਰ ਤਿਆਰ ਹੈ। ਵੇਖੋ ਕਿ ਦੁਸ਼ਮਣ ਦੇ ਜਿਹੜੇ ਲੋਕ ਸਨ ਉਹ ਵੀ ਜਾ ਕੇ ਲੰਗਰ ਵਿੱਚ ਪ੍ਰਸ਼ਾਦਾ ਛਕ ਕੇ ਆ ਜਾਂਦੇ ਤੇ ਸਿੰਘਾਂ ਨੇ ਕਦੇ ਕੁਝ ਨਹੀਂ ਕਿਹਾ ਸੀ। ਕਿਉਂਕਿ ਉਹ ਕਹਿੰਦੇ ਜਿਹੜਾ ਭੋਜਨ ਹੈ ਉਹ ਸਭ ਲਈ ਹੈ। ਅੱਜ ਵੀ ਆਪਾਂ ਵੇਖਦੇ ਹਾਂ ਜਿੰਨੀਆਂ ਹੁਣ ਘਟਨਾਵਾਂ ਹੋ ਰਹੀਆਂ ਨੇ, ਭਾਵੇਂ ਉਹ ਕਸ਼ਮੀਰ 'ਚ ਹੋਈ, ਭਾਵੇਂ ਉਹ ਨੇਪਾਲ 'ਚ ਹੋਈ, ਅੱਜ ਵੀ ਸਿੰਘ ਉੱਥੇ ਪਹੁੰਚੇ ਨੇ। ਅੱਜ ਵੀ ਲੱਖਾਂ ਦਾ ਜਿਹੜਾ ਲੰਗਰ ਹੈ ਉੱਥੇ ਜਾਂਦਾ ਹੈ, ਸਿੰਘ ਵਰਤਾ ਰਹੇ ਨੇ। ਤੇ ਭਾਵੇਂ ਸਾਡੀ ਮੀਡੀਆ ਜਿਹੜਾ ਉਹਨੂੰ ਨਹੀਂ ਚੱਕਦਾ, ਉਹ ਗੱਲ ਵੱਖਰੀ ਹੈ, ਪਰ ਫਿਰ ਵੀ ਮੈਨੂੰ ਪੜ੍ਹ ਕੇ ਬੜੀ ਹੈਰਾਨੀ ਹੋਈ ਕਿ ਉੱਥੋਂ ਦੀਆਂ ਜਿੰਨੀਆਂ ਵੀ ਔਰਤਾਂ ਨੇ ਬੱਚਿਆਂ ਨੂੰ ਜਨਮ ਦਿੱਤਾ ਹੈ, ਉਹਨੇ ਬੜੇ ਗਰਵ ਨਾਲ ਕਿਹਾ ਕਿ ਸਾਡੇ ਘਰ ਜੇ ਲੜਕੀ ਹੋਈ ਤਾਂ ਅਸੀਂ ਉਹਦੇ ਪਿੱਛੇ ਕੌਰ ਲਾਵਾਂਗੇ, ਤੇ ਜੇ ਸਾਡੇ ਘਰ ਕੋਈ ਪੁੱਤਰ ਪੈਦਾ ਹੋਇਆ ਤਾਂ ਅਸੀਂ ਉਹਦੇ ਪਿੱਛੇ ਸਿੰਘ ਲਾਵਾਂਗੇ। ਕਹਿੰਦੇ ਸਾਨੂੰ ਪਤਾ ਹੀ ਅੱਜ ਲੱਗਿਆ, ਕਿਉਂਕਿ ਸਿੱਖਾਂ ਦੀ ਇਹ ਗੁਰੂ ਦੀ ਬਖਸ਼ੀ ਹੋਈ ਦਾਤ ਜਿਹੜੀ ਸਾਨੂੰ, ਉਹਨਾਂ ਨੂੰ ਇਹ ਬਖਸ਼ਿਸ਼ ਹੋਈ, ਉਹਨੂੰ ਲੁਕੋ ਕੇ ਨਹੀਂ ਰੱਖਦੇ। ਕਿਉਂਕਿ ਦਸਵੰਧ ਜਿਹੜਾ ਸਿੰਘ ਕੱਢਦੇ ਨੇ ਉਹ ਕਿਸੇ ਨਾ ਕਿਸੇ ਪਾਸੇ ਕਿਸੇ ਦੇ ਭਲੇ ਲਈ ਲਾਉਂਦੇ ਆ ਰਹੇ ਨੇ ਤੇ ਲਾਉਂਦੇ ਰਹਿਣਗੇ ਇਹ ਵੀ ਨਾਲ। ਤਾਂ ਇੱਥੇ ਮਾਰੇ ਕਹਿੰਦੇ ਨੇ ਕਛੂ ਨਾ ਥੋੜਾ ਹਰ ਭਗਤਨ ਕੋ। ਇਹ ਕੌਮ ਨਾ ਘਟੀ ਹੈ, ਸਿਰਾਂ ਦੇ ਵੀ ਮੁੱਲ ਪੈਂਦੇ ਰਹੇ ਨੇ, ਤੇ ਨਾ ਹੀ ਕੌਮ ਕੋਲੇ ਕੋਈ ਘਾਟਾ ਰਿਹਾ। ਦੁਨੀਆ ਦੀ ਸਭ ਤੋਂ ਅਮੀਰ ਕੌਮ ਹੈ ਪਰ ਦੁਨੀਆ ਦੀ ਸਭ ਤੋਂ ਗਰੀਬ ਕੌਮ ਹੈ। ਇਸ ਕਰਕੇ ਕਿ ਐਡਾ ਵੱਡਾ ਖਜ਼ਾਨਾ ਹੋਣ ਦੇ ਬਾਵਜੂਦ ਵੀ ਅਸੀਂ ਅਜੇ ਵੀ ਹੋਰਾਂ ਵੱਲ ਝਾਕੀ ਜਾਂਦੇ ਹਾਂ। ਇਸ ਖਜ਼ਾਨੇ ਨੂੰ ਪਿਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ ਤਾਂ ਉਹ ਮੇਰਾ ਮਨ ਭਇਆ ਨਿਧਾਨਾ, ਉਹਨੂੰ ਨਹੀਂ ਖੋਲਿਆ ਸੀ। ਜਿਸ ਨਾਲ ਅਸੀਂ ਇਹਨੂੰ ਖੋਲ ਲਿਆ, ਜਦੋਂ ਸਿੱਖ ਬਾਣੀ ਨਾਲ ਜੁੜ ਜਾਏਗਾ, ਦੁਨੀਆ ਦੀ ਕੋਈ ਤਾਕਤ ਉਹਨੂੰ ਤੋੜ ਨਹੀਂ ਸਕਦੀ। ਖਾਤ ਖਰਚਤ ਬਿਲਸ਼ਨ ਦੇਵਨ ਕੋ ਰਹਾਓ।
ਜਾਂ ਕਾ ਧਨੀ ਅਗਮ ਗੁਸਾਈ, ਮਾਨੁਖ ਕੀ ਕਉ ਕੇਤ ਚਲਾਈ। ਜਿਹਦਾ ਮਾਲਕ ਅਗਮ ਪਹੁੰਚ ਤੋਂ ਬਾਹਰ ਹੈ, ਗੁਸਾਈ ਹੈ, ਸਾਰੀ ਧਰਤੀ ਦਾ ਮਾਲਕ ਹੈ, ਜਿਹੜਾ ਭਾਵ ਵਾਹਿਗੁਰੂ ਅਕਾਲ ਪੁਰਖ ਜਿਨ੍ਹਾਂ ਦਾ ਮਾਲਕ ਹੈ, ਫਿਰ ਉੱਥੇ ਮਨੁੱਖ ਦੀ ਕੀ ਚੱਲ ਸਕਦੀ? ਮਨੁੱਖ ਉਹਨਾਂ ਦਾ ਕੁਝ ਨਹੀਂ ਵਿਗਾੜ ਸਕਦਾ। ਜਾਂ ਕੀ ਸੇਵਾ ਅਸ਼ਟ, ਜਾਂ ਕੀ ਸੇਵਾ 10 ਅਸ਼ਟ ਸਿਧਾਈ, ਪਲਕ ਦਿਸਤ ਤਾਂ ਕੀ ਲਾਗੋ ਪਾਈ। ਜਿਹਦੀ ਸੇਵਾ ਵਿੱਚ 18 ਸਿੱਧੀਆਂ, 9 ਨਿਧੀਆਂ ਤੇ 18 ਸਿੱਧੀਆਂ ਮੰਨੀਆਂ ਗਈਆਂ ਨੇ, ਭਾਵ ਦੁਨੀਆ ਦੇ ਖਜ਼ਾਨੇ ਜਿਨ੍ਹਾਂ ਦੀ ਸੇਵਾ ਵਿੱਚ ਨੇ। ਪਲਕ ਦਿਸਟ ਭਾਵ ਅੱਖ ਪਲਕਣ ਦੇ ਸਮੇਂ ਲਈ, ਤਾਂ ਕੀ ਲਾਗੋ ਪਾਈ, ਉਸ ਮਾਲਕ ਦੀ ਚਰਨੀ ਜਾ ਲੱਗ। ਅੱਖ ਪਲਕਣ ਦਾ ਸਮਾਂ, ਥੋੜਾ ਜਿਹਾ ਸਮਾਂ ਭਾਵੇਂ। ਕਹਿਣ ਤੋਂ ਭਾਵ ਬੜੀ ਡੂੰਘੀ ਇਸ ਗੱਲ ਪਿੱਛੇ ਦਾਸ ਨੇ ਪਹਿਲਾਂ ਵੀ ਬੇਨਤੀ ਕੀਤੀ ਸੀ ਕਿ ਅੱਖ ਪਲਕਣ ਦਾ ਸਮਾਂ ਹੀ ਹੁੰਦਾ ਹੈ ਬਸ ਉਸ ਮਾਲਕ ਨੂੰ ਮਿਲਣ ਦਾ। ਇੱਕ ਬੂੰਦ ਉਹਨਾਂ ਚਿਰ ਬੂੰਦ ਹੈ ਜਿੰਨਾ ਚਿਰ ਉਹ ਸਾਗਰ ਤੋਂ ਉੱਪਰ ਹੈ। ਜਦੋਂ ਉਹ ਇੱਕ ਸਕਿੰਟ ਵਿੱਚ ਅੱਖ ਪਲਕਣ ਦੇ ਸਮੇਂ ਵਿੱਚ ਸਾਗਰ ਵਿੱਚ ਸਮਾਈ ਤੇ ਮੁੜ ਕੇ ਫਿਰ ਬੂੰਦ ਤੇ ਰਹੀ ਨਾ, ਉਹ ਤੇ ਸਾਗਰ ਹੋ ਗਈ। ਬਸ ਇਸ ਤਰ੍ਹਾਂ ਹੀ ਜਿਹੜੇ ਉਸ ਮਾਲਕ ਨਾਲ ਇਸ ਤਰ੍ਹਾਂ ਜੁੜੇ ਤੇ ਮੁੜ ਕੇ ਉਹਦੇ ਵਰਗੀ ਹੋ ਗਏ। ਤਾਂ ਇੱਥੇ ਮਗਨੇ ਪਲਕ ਦਿਸ ਤਾਂ ਕੀ ਲਾਗੋ ਪਾਈ, ਜਾਂ ਕੋ ਦਇਆ ਕਰੋ ਮੇਰੇ ਸੁਆਮੀ। हे ਪ੍ਰਭੂ, ਐ ਮੇਰੇ ਸੁਆਮੀ, ਐ ਮੇਰੇ ਮਾਲਕਾ, ਜਿਨ੍ਹਾਂ ਤੇ ਤੁਸੀਂ ਦਇਆ ਕਰਦੇ ਹੋ, ਕਿਰਪਾ ਕਰਦੇ ਹੋ, ਕਉ ਨਾਨਕ ਨਾਹੀ ਤਿਨ ਕਾਮੀ। ਪਾਤਸ਼ਾਹ ਕਹਿੰਦੇ ਫਿਰ ਉਹਨਾਂ ਨੂੰ ਕਿਸੇ ਵੀ ਕਿਸਮ ਦੀ ਕੋਈ ਕਮੀ ਨਹੀਂ ਹੁੰਦੀ ਜਿਨ੍ਹਾਂ ਉੱਤੇ ਤੇਰੀ ਦ੍ਰਿਸ਼ਟੀ ਹੈ। ਜਾਂ ਕਾ ਮੀਤ ਸਾਜਨ ਹੈ ਸਮੀਆਂ, ਤਿਸ ਜਨ ਕੋ ਕਹੋ ਕਾ ਕੀ ਕਮੀ। ਉਹਨੂੰ ਕਿਸੇ ਕਿਸਮ ਦੀ ਕੋਈ ਕਮੀ ਨਹੀਂ। ਜਿਹਦਾ ਮਾਲਕ ਹੀ ਮਿੱਤਰ ਪਿਆਰਾ ਉਹ ਹੋ ਗਿਆ, ਮਾਲਕ ਹੋ ਗਿਆ। ਇਹ ਕਰਕੇ ਜਿਹੜਾ ਤੂੰ ਮਾਲਕ ਹੈ ਉਹਨੂੰ ਕਿਸੇ ਕਿਸਮ ਦੀ ਕੋਈ ਘਾਟਾ ਨਹੀਂ ਲੱਗਦੀ। ਹਾਂਜੀ। ਆਸਾ ਮਹੱਲਾ ਪੰਜਵਾਂ। ਆਸਾ ਮਹੱਲਾ ਪੰਜਵਾਂ। ਜੋ ਮੈਂ ਆਪਣਾ ਸਤਿਗੁਰ ਧਿਆਇਆ, ਜੋ ਮੈਂ ਆਪਣਾ ਸਤਿਗੁਰ ਧਿਆਇਆ, ਤਬ ਮੇਰੇ ਮਨ ਮਹਾ ਸੁਖ ਪਾਇਆ। ਤਬ ਮੇਰੇ ਮਨ ਮਹਾ ਸੁਖ ਪਾਇਆ। ਮਿਟ ਗਈ ਗਣਤ ਬਿਨਾਸਿਓ ਸੰਸਾਰ, ਮਿਟ ਗਈ ਗਣਤ ਬਿਨਾਸਿਓ ਸੰਸਾਰ। ਨਾਮ ਰਤੇ ਜਨ ਭਏ ਭਗਵੰਤਾ, ਨਾਮ ਰਤੇ ਜਨ ਭਏ ਭਗਵੰਤਾ। ਰਹਾਉ ਰਹਾਉ। ਜੋ ਮੈਂ ਆਪਣਾ ਸਾਹਿਬ ਚੀਤ, ਜੋ ਮੈਂ ਆਪਣਾ ਸਾਹਿਬ ਜੀਤ। ਤਾ ਭਉ ਮਿਟਿਓ ਮੇਰੇ ਚੀਤ, ਕਉ ਕਉ ਮਿਟਿਓ ਮੇਰੇ ਮੀਤ। ਤਾ ਭਉ ਮਿਟਿਓ ਮੇਰੇ ਮੀਤ। ਕਉ ਕਉ ਮਿਟਿਓ ਮੇਰੇ ਮੀਤ। ਜੋ ਮੈਂ ਓਟ ਗਈ ਪ੍ਰਭ ਤੇਰੀ, ਜੋ ਮੈਂ ਓਟ ਗਈ ਪ੍ਰਭ ਤੇਰੀ। ਤਾਂ ਪੂਰਨ ਹੋਈ ਮਨਸਾ ਮੇਰੀ, ਤਾਂ ਪੂਰਨ ਹੋਈ ਮਨਸਾ ਮੇਰੀ। ਦੇਖ ਚਲਿਤ ਮਨ ਭਏ ਦਿਲਾਸਾ, ਦੇਖ ਚਲਿਤ ਮਨ ਭਏ ਦਿਲਾਸਾ। ਨਾਨਕ ਦਾਸ ਤੇਰਾ ਪਰਵਾਸਾ। ਨਾਨਕ ਦਾਸ ਤੇਰਾ ਪਰਵਾਸਾ। ਆਸਾ ਮਹੱਲਾ ਪੰਜਵਾਂ। ਪੰਚਮ ਪਾਤਸ਼ਾਹ ਨੇ ਇਸ ਸ਼ਬਦ ਵਿੱਚ ਨਾਮ ਵਿੱਚ ਰੱਤੇ ਹੋਏ ਜਿਹੜੇ ਗੁਰਮੁਖ ਪਿਆਰੇ ਨੇ, ਮੈਂ ਕਹਿੰਦੇ ਉਹ ਭਾਗਾਂ ਵਾਲੇ ਨੇ ਜਿਹੜੇ ਨਾਮ ਵਿੱਚ ਰੱਤੇ ਨੇ, ਜਿਨ੍ਹਾਂ ਦਾ ਚਿੱਤ ਉਸ ਮਾਲਕ ਨਾਲ ਜੁੜਿਆ ਹੈ, ਉਹਨਾਂ ਦੀ ਮਹਾਰਾਜ ਇੱਥੇ ਗੱਲ ਕਰਦੇ ਨੇ। ਜੋ ਮੈਂ ਆਪਣਾ ਸਤਿਗੁਰ ਧਿਆਇਆ, ਤਬ ਮੇਰੇ ਮਨ ਮਹਾ ਸੁਖ ਪਾਇਆ। ਮਰ ਕੇ ਜੋ ਮੈਂ, ਜਦੋਂ ਮੈਂ ਆਪਣੇ ਸਤਿਗੁਰੂ ਨੂੰ ਧਿਆਇਆ ਤਾਂ ਮੈਨੂੰ ਦੁਨੀਆ ਦਾ ਸਭ ਤੋਂ ਵੱਡਾ ਸੁੱਖ, ਮਿਲਾਪ ਦਾ ਮਹਾ ਸੁੱਖ, ਨਾਮ ਦੀ ਪ੍ਰਾਪਤੀ, ਉਹ ਪ੍ਰਾਪਤੀ ਹੋ ਗਈ, ਉਹ ਸੁੱਖ ਮੈਨੂੰ ਮਿਲਿਆ। ਮਿਟ ਗਈ ਗਣਤ ਬਿਨਾਸਿਓ ਸੰਸਾਰ, ਨਾਮ ਰਤੇ ਜਨ ਭਏ ਭਗਵੰਤਾ। ਮਿਟ ਗਈ ਗਣਤ, ਹੁਣ ਅੰਦਰਲੀਆਂ ਗਿਣਤੀਆਂ ਮਿਣਤੀਆਂ ਖਤਮ ਹੋ ਗਈਆਂ। ਅੰਦਰਲਾ ਸੰਸੇ, ਭਰਮ, ਭੁਲੇਖੇ, ਝੋਰੇ, ਇਹ ਸਭ ਖਤਮ ਹੋ ਗਏ।
ਨਾਮ ਰਤੇ ਜਨ ਭਈ ਭਗਵੰਤਾ। ਕਿ ਜਿਹੜੇ ਤੇਰੇ ਜਨ ਨੇ ਜਦੋਂ ਨਾਮ ਵਿੱਚ ਰੱਤੇ ਗਏ, ਭਿੱਜੇ, ਕਹਿੰਦੇ ਭਾਗਾਂ ਵਾਲੇ ਹੋ ਗਏ। ਉਹ ਭਾਗਾਂ ਵਾਲੇ ਹੋ ਗਏ, ਉਹਨਾਂ ਨੇ ਇਸ ਨਾਮ ਵਿੱਚ ਭਾਗ ਲੈ ਲਿਆ। ਹੁਣ ਉਹ ਉਸ ਗਿਣਤੀ ਵਿੱਚ ਆ ਗਏ, ਤੇਰੀ ਨਜ਼ਰ ਥੱਲੇ ਆ ਗਏ। ਰਹਾਉ ਜੋ ਮੈਂ ਆਪਣਾ ਸਾਹਿਬ ਚੀਤ, ਤਉ ਭਉ ਮਿਟਿਓ ਮੇਰੇ ਮੀਤ। ਪੰਚਮ ਪਾਤਸ਼ਾਹ ਦੇਖੋ ਬੜੇ ਪਿਆਰ ਨਾਲ ਸਮਝਾਉਂਦੇ ਨੇ ਕਿ ਮੇਰੇ ਮਿੱਤਰਾ, ਮੇਰਾ ਉਦੋਂ ਭਉ ਡਰ ਮਿਟ ਗਿਆ ਜਦੋਂ ਮੈਂ ਆਪਣੇ ਸਾਹਿਬ ਨੂੰ ਚੇਤੇ ਕੀਤਾ। ਜਦੋਂ ਮੈਂ ਸਾਹਿਬ ਨੂੰ ਚੇਤੇ ਕੀਤਾ ਆਪਣੇ ਨੂੰ ਮਿੱਤਰਾ, ਉਦੋਂ ਮੇਰਾ ਭਉ ਮਿਟ ਗਿਆ, ਅੰਦਰੋਂ ਡਰ ਚਲਾ ਗਿਆ। ਜੋ ਮੈਂ ਓਟ ਗਈ ਪ੍ਰਭ ਤੇਰੀ, ਤਾਂ ਪੂਰਨ ਹੋਈ ਮਨਸਾ ਮੇਰੀ। हे ਪ੍ਰਭੂ, ਜਦੋਂ ਮੈਂ ਤੇਰੀ ਓਟ ਲੈ ਲਈ, ਬਸ ਦੂਜੀਆਂ ਓਟਾਂ ਛੱਡ ਕੇ, ਮਹਾਰਾਜ ਸੁਖਮਨੀ ਸਾਹਿਬ ਵਿੱਚ ਆਪਾਂ ਪੜ੍ਹਦੇ ਹਾਂ, ਮਨ ਕੀ ਟੇਕ ਬਿਰਥੀ ਸਭ ਜਾਣ, ਦੇਵਨ ਕਉ ਏਕ ਹੈ ਭਗਵਾਨ। ਜਦੋਂ ਪ੍ਰਭੂ ਮੈਂ ਤੇਰੀ ਓਟ ਲੈ ਲਈ ਨਾ, ਤਾਂ ਪੂਰਨ ਹੋਈ ਮਨਸਾ ਮੇਰੀ। ਮੇਰੇ ਮਨ ਦੀਆਂ ਸਾਰੀਆਂ ਇਛਾਵਾਂ, ਮਨ ਦੀਆਂ ਤ੍ਰਿਸ਼ਨਾਵਾਂ ਉਹ ਮਿਟ ਗਈਆਂ। ਕਹਿੰਦੇ ਮਨ ਜੋ ਚਾਹੁੰਦਾ ਸੀ ਸਭ ਕੁਝ ਪੂਰਨ ਹੋ ਗਿਆ। ਦੇਖ ਚਲਿਤ ਮਨ ਭਏ ਦਿਲਾਸਾ, ਨਾਨਕ ਦਾਸ ਤੇਰਾ ਪਰਵਾਸਾ। ਦੇਖ ਚਲਿਤ ਮਨ ਭਏ ਦਿਲਾਸਾ। ਤੇਰੇ ਇਸ ਚੋਜਾਂ ਨੂੰ ਵੇਖ ਕੇ, ਤੇਰੇ ਇਸ ਰੰਗ ਤਮਾਸ਼ਿਆਂ ਨੂੰ ਵੇਖ ਕੇ ਮਨ ਨੂੰ ਧੀਰਜ ਮਿਲ ਗਿਆ। ਨਾਨਕ ਦਾਸ ਤੇਰਾ ਪਰਵਾਸਾ। ਮਰ ਕੇ ਮੈਂ ਤੇ ਤੇਰਾ ਦਾਸ ਹਾਂ। ਹੁਣ ਮੈਨੂੰ ਤੇਰੇ ਤੇ ਪੂਰਨ ਭਰੋਸਾ ਹੈ, ਪੂਰਨ ਯਕੀਨ ਹੋ ਗਿਆ ਕਿ ਤੂੰ ਸਾਡਾ ਸਹਾਇਤਾ ਕਰਨ ਵਾਲਾ ਹੈ, ਸਾਡੀ ਮਨ ਦੀਆਂ ਤ੍ਰਿਸ਼ਨਾਵਾਂ ਮਿਟਾਉਣ ਵਾਲਾ ਹੈ, ਸਾਡੇ ਮਨ ਦੀਆਂ ਇੱਛਾਵਾਂ ਨੂੰ ਪੂਰੀਆਂ ਕਰਨ ਵਾਲਾ ਹੈ। ਵਾਹਿਗੁਰੂ। मेरे राम हम बारक हर प्रभ के हैं ए आणे। हम बारक हर प्रभ के हैं ए आणे।